ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ FYI ਮੀਡੀਆ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ BC ਕੋਰਨਰ ਸਰਵਿਸਿਜ਼ ਦੇ ਦੁਆਰਾ ਇੱਕ ਰਿਪੋਰਟ ਪਿਛਲੇ ਹਫਤੇ ਆਈ ਸੀ ਕਿ ਓਪੀਓਇਡ ਕ੍ਰਾਈਸਿਸ ਦੇ ਨਾਲ ਇੱਕੋ ਮਹੀਨੇ ਦੇ ਵਿੱਚ 170 ਜਿਹੜੀਆਂ ਡੈਥ ਰਿਪੋਰਟ ਕੀਤੀਆਂ ਗਈਆਂ ਨੇ। ਕੋਵਿਡ-19 ਦੇ ਨਾਲ ਤਾਂ ਅਸੀਂ ਡੀਲ ਕਰ ਹੀ ਰਹੇ ਹਾਂ, ਪਰ ਇਹ ਜਿਹੜੇ ਹੋਰ ਕ੍ਰਾਈਸਿਸ ਨੇ ਇਹ ਸਾਹਮਣੇ ਆ ਰਹੇ ਨੇ। ਨਾਲ ਹੀ ਨਾਲ ਮੈਂਟਲ ਹੈਲਥ ਬਹੁਤ ਜ਼ਰੂਰੀ ਜਿਹੜਾ ਹੋ ਗਿਆ ਇਸ ਸਮੇਂ ਦੇ ਵਿੱਚ, ਕਿਉਂਕਿ ਕੋਵਿਡ ਦੇ ਦੌਰਾਨ ਲੋਕਾਂ ਕੋਲੋਂ ਨੌਕਰੀਆਂ ਨਹੀਂ ਹੈਗੀਆਂ, ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਸਾਡੀ ਮੈਂਟਲ ਹੈਲਥ ਨੂੰ ਇਫੈਕਟ ਕਰ ਰਹੀਆਂ ਨੇ, ਉਹਨੂੰ ਸਹੀ ਰੱਖਣਾ ਬਹੁਤ ਜ਼ਰੂਰੀ ਹੈ। ਤੇ BC ਸਰਕਾਰ ਦੁਆਰਾ ਇਸ ਦੇ ਲਈ ਕਦਮ ਚੁੱਕੇ ਜਾ ਰਹੇ ਨੇ। ਫਾਊਂਡਰੀ ਜੋ ਆਲਰੇਡੀ ਸਰਵਿਸਿਜ਼ ਦੇ ਰਹੀ ਨੇ, ਉਹਨਾਂ ਦੇ ਵਿੱਚੋਂ ਇੱਕ ਸਰਵਿਸ ਜਿਹੜੀ ਹੈ ਉਹ ਸਰੀ ਦੇ ਵਿੱਚ ਵੀ ਜਿਹੜੀ ਉਹ ਖੁੱਲਣ ਜਾ ਰਹੀ ਹੈ। ਸਰੀ ਦੇ ਵਿੱਚ ਫਾਊਂਡਰੀ ਦੀ ਲੋਕੇਸ਼ਨ ਖੁੱਲਣ ਜਾ ਰਹੀ ਹੈ। ਨਵੀਆਂ 8 ਜਿਹੜੀਆਂ ਲੋਕੇਸ਼ਨਸ ਨੇ ਉਹ ਅਨਾਉਂਸ ਕੀਤੀਆਂ ਗਈਆਂ ਨੇ। ਉਹਦੇ ਬਾਰੇ ਅੱਜ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ MLA ਜਿੰਨੀ ਸਿਮਸ। ਆਓ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਹ ਫਾਊਂਡਰੀ ਦੇ ਬਾਰੇ। ਸੋ MLA, ਸਵਾਗਤ ਹੈ ਮਿਨਿਸਟਰ ਤੁਹਾਡਾ। ਬਹੁਤ ਬਹੁਤ ਧੰਨਵਾਦ। ਤੇ ਮੈਂ ਸਾਰੇ ਸਾਂਝਾ TV ਵਿਊਅਰਸ ਦਾ ਵੀ ਧੰਨਵਾਦ ਕਰਦੀ ਹਾਂ ਤੇ ਤੁਹਾਡਾ ਵੀ ਕਰਕੇ ਤੁਸੀਂ ਸਦਾ ਹੀ ਜਿਹੜੇ ਇਸ਼ੂ ਸਾਡੀ ਕਮਿਊਨਿਟੀ ਲਈ ਬਹੁਤ ਹੀ ਇੰਪੋਰਟੈਂਟ ਹੈਗੇ ਆ ਉਹ ਇਸ਼ੂ ਉਹਨਾਂ ਦੇ ਮੋਹਰੇ ਰੱਖਦੇ ਆ। ਬਿਲਕੁਲ ਮਿਸ ਸਿਮਸ, ਜਿਵੇਂ ਤੁਸੀਂ ਦੱਸਿਆ ਹੈਗਾ ਹੈ ਕਿ ਬਹੁਤ ਇਸ਼ੂ ਹੈ ਜਿਹੜੇ ਸਾਡੀ ਕਮਿਊਨਿਟੀ ਨੂੰ ਦੇਖਣੇ ਪੈਂਦੇ ਆ, ਕਿਉਂਕਿ ਇਹ ਜਿਹੜੇ ਇਸ਼ੂ ਹੈ ਨਾ, ਜੇ ਅਸੀਂ ਗੱਲ ਕਰੀਏ ਸਾਡੀ ਕਮਿਊਨਿਟੀ ਦੀ ਤਾਂ ਅਸੀਂ ਬਹੁਤ ਘੱਟ ਇਹਦੇ ਬਾਰੇ ਗੱਲ ਕਰਦੇ ਹਾਂ। ਤੇ ਫਾਊਂਡਰੀ ਜਿਹੜੀ ਹੈਗੀ ਹੈ ਹੁਣ ਇਹ ਸਰਵਿਸਿਜ਼ ਜਿਹੜੀਆਂ ਉਹ ਦੇ ਰਹੀ ਹੈਗੀ ਹੈ ਕਿ 12 ਤੋਂ ਜੋ 24 ਸਾਲ ਦੇ ਯੰਗ ਹੈਗੇ ਆ, ਜੇ ਇਹਨਾਂ ਇਸ਼ੂਜ਼ ਨੂੰ ਡੀਲ ਕਰ ਰਹੇ ਨੇ ਤਾਂ ਉੱਥੇ ਜਾ ਸਕਦੇ ਨੇ। ਸਭ ਤੋਂ ਪਹਿਲਾਂ ਇਹ ਦੱਸੋ ਕਿ ਫਾਊਂਡਰੀ ਕਿਹੜੀਆਂ ਸਰਵਿਸਿਜ਼ ਦੇ ਰਹੀ ਹੈਗੀ ਹੈ। ਥੈਂਕ ਯੂ। ਤੁਹਾਡੇ ਕੁਐਸਚਨ ਦਾ ਬਹੁਤ ਧੰਨਵਾਦ। ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਬਹੁਤ ਗਰਵ ਹੈਗਾ ਆ ਵੀ ਪ੍ਰੀਮੀਅਰ ਜੌਨ ਹੋਗਨ ਨੇ ਜਦੋਂ ਸਾਡੀ ਸਰਕਾਰ ਬਣੀ ਸੀਗੀ ਉਦੋਂ ਹੀ ਇੱਕ ਸੈਪਰੇਟ ਐਡਿਕਸ਼ਨਸ ਤੇ ਮੈਂਟਲ ਹੈਲਥ ਦੀ ਮਿਨਿਸਟਰੀ ਬਣਾ ਦਿੱਤੀ ਸੀਗੀ। ਉਦੋਂ ਪਹਿਲਾਂ ਇਹ ਹੈਲਥ ਕੇਅਰ ਦੇ ਵਿੱਚ ਸੀਗੀ। ਸਾਨੂੰ ਉਦੋਂ ਵੀ ਪਤਾ ਸੀਗਾ ਵੀ ਇਹ ਬਹੁਤ ਵੱਡੀ ਪੈਂਡੈਮਿਕ ਹੈਗੀ ਆ, ਕਰਕੇ ਬਹੁਤ ਹੀ ਮੌਤਾਂ ਹੋ ਰਹੀਆਂ ਸੀਗੀਆਂ ਡਿਊ ਟੂ ਮੈਂਟਲ ਹੈਲਥ, ਓਪੀਓਇਡ ਕ੍ਰਾਈਸਿਸ ਐਂਡ ਐਡਿਕਸ਼ਨਸ। ਤੇ ਇਸ ਮਿਨਿਸਟਰੀ ਨੇ ਬਹੁਤ ਹੀ ਫੋਕਸ ਤਰੀਕੇ ਦੇ ਨਾਲ ਕੰਮ ਕੀਤਾ ਆ। ਤੇ ਫਾਊਂਡਰੀਜ਼ ਪਹਿਲਾਂ ਵੀ ਖੁੱਲਣ ਲੱਗ ਪਈਆਂ ਸੀਗੀਆਂ, ਪਰ ਹੁਣ ਕੋਵਿਡ ਕਰਕੇ ਇਸ ਪੈਂਡੈਮਿਕ ਨੇ ਵੀ ਮੈਂਟਲ ਹੈਲਥ ਤੇ ਓਪੀਓਇਡ ਕ੍ਰਾਈਸਿਸ ਤੇ ਅਸਰ ਕੀਤਾ ਆ। ਇਸ ਕਰਕੇ ਹੁਣ ਅਸੀਂ ਹੋਰ ਖੋਲੀਆਂ ਆ ਤੇ ਬਹੁਤ ਖੁਸ਼ੀ ਹੈਗੀ ਆ ਵੀ ਇੱਕ ਫਾਊਂਡਰੀ ਸਰੀ ਦੇ ਵਿੱਚ ਵੀ ਹੋਊਗੀ ਜਿਹੜੀ ਪ੍ਰੋਗਰੈਸਿਵ ਸੁਸਾਇਟੀ ਨੂੰ ਮਿਲਣੀ ਆ, ਪੈਸੀਫਿਕ ਪ੍ਰੋਗਰੈਸਿਵ ਸੁਸਾਇਟੀ ਨੂੰ ਮਿਲਣੀ ਆ, ਰਿਸੋਰਸ ਸੁਸਾਇਟੀ ਸੌਰੀ, ਉਹਨਾਂ ਨੂੰ ਮਿਲਣੀ ਆ। ਤੇ ਪਰ ਜਿਹੜੀਆਂ ਐਕਚੁਅਲ ਸਰਵਿਸਿਜ਼ ਆ ਉਹ ਫਿਕਸ ਵੀ ਪ੍ਰੋਵਾਈਡ ਕਰਨਗੇ, ਉਹਨਾਂ ਦੇ ਨਾਲ ਕੋਆਰਡੀਨੇਟ ਕਰਨਗੇ, ਨਾਲ ਹੀ ਡਾਇਵਰਸਿਟੀ, ਨਾਲ ਹੀ ਆਪਸ਼ਨਸ। ਕਿਉਂਕਿ ਜਿਹੜੀ ਓਪੀਓਇਡ ਕ੍ਰਾਈਸਿਸ ਆ ਜਾਂ ਮੈਂਟਲ ਇਲਨੈਸ ਆ, ਇਹ ਕਿਸੇ ਇੱਕ ਕੌਮ ਦਾ ਹੈ ਨਹੀਂ, ਕਿਸੇ ਇੱਕ ਕਲਚਰ ਦਾ ਹੈ ਨਹੀਂ, ਕਿਸੇ ਇੱਕ ਐਥਨਿਸਿਟੀ ਦਾ ਹੈ ਨਹੀਂ ਆ। ਇਹ ਹਰੇਕ ਦੇ ਉੱਪਰ ਅਸਰ ਕਰਦਾ ਆ। ਦੇਖੋ ਬਹੁਤ ਸੌਖਾ ਹੈਗਾ ਆ ਮੈਂਟਲ ਹੈਲਥ ਤੇ ਓਪੀਓਇਡ ਕ੍ਰਾਈਸਿਸ, ਡਰੱਗ ਐਡਿਕਸ਼ਨਸ ਨੂੰ ਕਹਿ ਕੇ ਦੂਰ ਹੋ ਜਾਣਾ ਵੀ ਸਾਡੇ ਨਾਲ ਇਹ ਹੁੰਦਾ ਨਹੀਂ। ਪਰ ਦਾਅਵੇ ਨਾਲ ਕਹਿ ਸਕਦੀ ਹਾਂ ਬਹੁਤ ਕਿਸਮਤ ਵਾਲੇ ਹੋਣਗੇ ਜਿਹੜੇ ਸਰੀ ਵਿੱਚ ਰਹਿੰਦੇ ਆ ਜਾਂ ਰਿਚਮੰਡ ਵਿੱਚ ਰਹਿੰਦੇ ਆ, ਜੇ ਉਹਨਾਂ ਨੂੰ ਨਾ ਕੋਈ ਜਾਣਦਾ ਹੋਵੇ ਜਾਂ ਪਰਿਵਾਰ ਵਿੱਚ ਜਾਂ ਆਪਣੇ ਸੋਸ਼ਲ ਸਰਕਲ ਦੇ ਵਿੱਚ ਜਿਨ੍ਹਾਂ ਨੂੰ ਮੈਂਟਲ ਹੈਲਥ ਐਡਿਕਸ਼ਨਸ ਜਾਂ ਓਪੀਓਇਡ ਐਡਿਕਸ਼ਨਸ ਹੈ ਨਹੀਂ ਗੇ ਹੈਗੇ। ਸੋ ਇਸ ਕਰਕੇ ਬਹੁਤ ਵੱਡੀ ਲੋੜ ਹੈਗੀ ਆ ਸਾਨੂੰ ਇਸ ਇਸ਼ੂ ਤੇ ਧਿਆਨ ਦੇਣ ਦੀ ਤੇ ਗੱਲ ਕਰਨ ਦੀ। ਤੇ ਮੈਨੂੰ ਪਤਾ ਮੈਂ ਥੋੜਾ ਪਾਸੇ ਨੂੰ ਜਾ ਰਹੀ ਹਾਂ, ਪਰ ਜਦੋਂ ਸਾਡੀ ਲੱਤ ਟੁੱਟ ਜਾਂਦੀ ਆ, ਜਦੋਂ ਸਾਡੀ ਬਾਂਹ ਟੁੱਟ ਜਾਂਦੀ ਆ ਜੀ, ਉਹ ਸਾਡੇ ਪਲਾਸਟਰ ਲੱਗ ਜਾਂਦਾ ਆ, ਸਾਰਿਆਂ ਨੂੰ ਦਿਸਦਾ ਆ। ਉਹ ਤੁਹਾਡੇ ਨਾਲ ਹਮਦਰਦੀ ਕਰਦੇ ਆ, ਉਹ ਤੁਹਾਡੀ ਲੱਤ ਟੁੱਟੀ ਆ, ਤੁਹਾਡਾ ਕਾਸਟ ਲੱਗਾ ਆ, ਅਸੀਂ ਇੱਥੇ ਸਾਈਨ ਕਰ ਦਿੰਦੇ ਆ, ਕਦੋਂ ਤੁਸੀਂ ਗਾਂ ਤੁਰਨਾ ਜੋਗੇ ਹੋ। ਲੋਕਾਂ ਨੂੰ ਬਹੁਤ ਹਮਦਰਦੀ ਹੁੰਦੀ ਆ। ਪਰ ਜਦੋਂ ਆਪਾਂ ਡਿਪਰੈਸ਼ਨ ਤੇ ਆ ਜਾਈਦਾ ਆ ਜਾਂ ਮੈਂਟਲ ਇਲਨੈਸ ਤੇ ਆ ਜਾਈਦਾ ਆ ਤੇ ਜਾਂ ਅਸੀਂ ਐਡਿਕਸ਼ਨਸ ਤੇ ਆ ਜਾਈਦਾ ਆ, ਫਿਰ ਉਨੀ ਹਮਦਰਦੀ ਹੈ ਨਹੀਂ ਗੀ। ਪਰ ਇਹ ਵੀ ਬਿਮਾਰੀਆਂ ਹੀ ਹੈ, ਇਹ ਵੀ ਬਿਮਾਰੀਆਂ ਹੈਲਥ ਇਸ਼ੂਜ਼ ਹੈਗਾ ਆ। ਆਪਾਂ ਨੂੰ ਇਹਨਾਂ ਨੂੰ ਸੋਸ਼ਲ ਇਸ਼ੂ ਘੱਟ ਸਮਝੀਏ, ਹੈਲਥ ਇਸ਼ੂ ਜ਼ਿਆਦਾ ਸਮਝੀਏ। ਆਪਾਂ ਹੈਲਥ ਇਸ਼ੂ ਸਮਝੀਏ ਜਿਸ ਤਰੀਕੇ ਦੇ ਨਾਲ ਅਸੀਂ COVID-19 ਦੇ ਵਿੱਚ ਬਹੁਤ ਹੀ ਸਪੋਰਟ ਕੀਤੀ ਹੈ ਇੱਕ ਦੂਸਰੇ ਦੀ, be kind to each other, support each other। ਉਸ ਤਰੀਕੇ ਦੇ ਨਾਲ ਜੇ ਅਸੀਂ ਇਸ ਪੈਂਡੈਮਿਕ ਦਾ ਸਾਹਮਣਾ ਕਰਨਾ ਆ, ਸਾਨੂੰ ਦੀ ਸਪੋਰਟ ਵੀ ਕਰਨੀ ਪੈਣੀ ਆ, ਸਾਨੂੰ ਇਹ ਗੱਲਬਾਤ ਵੀ ਕਰਨੀ ਪੈਣੀ ਆ ਤੇ ਸਾਨੂੰ ਇੱਕ ਦੂਸਰੇ ਨੂੰ ਸਮਝਣਾ ਵੀ ਪੈਣਾ ਆ। ਜਿਹੜੀ ਫਾਊਂਡਰੀ ਹੈਗੀ ਆ ਸਪੈਸੀਫਿਕਲੀ ਇਹ ਹੈਗੀ ਆ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਹੈਗੀ ਆ 12 ਤੋਂ 24 ਸਾਲਾਂ ਦੇ ਲਈ।
ਤੇ ਕਈ ਕਹਿਣਗੇ ਵੀ ਕਿਉਂ, ਕਿਉਂਕਿ ਬਹੁਤ ਹੀ ਇੰਪੋਰਟੈਂਟ ਹੈਗਾ, ਬਹੁਤ ਸਾਰੇ ਸਰਵਿਸਿਜ਼ ਹੈਗੇ ਬਾਕੀਆਂ ਦੇ ਲਈ ਵੀ, ਹੋਰ ਵੀ ਹੋਣੇ ਚਾਹੀਦੇ ਆ, ਪਰ ਆ ਜਿਹੜਾ 12 to 24 ਆ, ਇਹਨਾਂ ਤੇ ਫੋਕਸ ਹੋਣ ਦਾ ਬਹੁਤ ਹੀ ਜ਼ਰੂਰਤ ਹੈਗਾ ਆ। ਤੇ ਕਿਸੇ ਨੇ ਮੈਨੂੰ ਕਿਹਾ ਸੀਗਾ ਵੀ 12 ਸਾਲ ਨੂੰ ਕਿੱਦਾਂ ਮੈਂਟਲ ਇਲਨੈਸ ਹੋ ਸਕਦੀ, ਕਿੱਦਾਂ ਡਿਪਰੈਸ਼ਨ ਹੋ ਸਕਦਾ, ਕਿੱਦਾਂ ਡਾਊਨ ਹੋ ਸਕਦਾ ਆ। ਜਦੋਂ ਮੈਂ ਟੀਚਰਸ ਦੇ ਨਾਲ ਗੱਲ ਕਰਦੀ ਆ, ਐਲੀਮੈਂਟਰੀ ਟੀਚਰਸ ਨਾਲ, ਉਹ ਕਹਿੰਦੇ ਉਹ ਸਾਇੰਸ ਕਿੰਡਰਗਾਰਟਨ ਗ੍ਰੇਡ 1 ਵਿੱਚ ਵੀ ਉਹਨਾਂ ਨੂੰ ਦਿਸਦੇ ਨੇ। ਤਾਂ ਇਸ਼ੂ ਬਹੁਤ ਹੀ ਸੀਰੀਅਸ ਹੈਗਾ ਆ। ਜਿਹੜੀ ਫਾਊਂਡਰੀ ਖੁੱਲਣੀ ਆ 12 to 24, ਇਹਦੇ ਵਿੱਚ ਇੰਟੀਗ੍ਰੇਟਿਡ ਸਪੋਰਟ ਸਰਵਿਸ ਮਿਲੂਗੀ, ਵਿੱਚ ਤੁਹਾਨੂੰ ਪ੍ਰਾਇਮਰੀ ਕੇਅਰ ਦੇ ਲਈ ਵੀ ਤੁਸੀਂ ਜਾ ਸਕਦੇ ਆ, ਓਪੀਓਇਡ ਕ੍ਰਾਈਸਿਸ ਲਈ, ਹੋਰ ਕੋਈ ਐਡਿਕਸ਼ਨ ਲਈ, ਜੇ ਤੁਹਾਡੇ ਕੋਲ ਮੈਂਟਲ ਇਸ਼ੂਜ਼ ਹੋਰ ਹੈਗੇ ਆ। ਪਰ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਇੱਥੇ ਤੁਹਾਨੂੰ ਡਾਕਟਰ ਦੇ ਰਿਫਰਲ ਦੀ ਲੋੜ ਹੈ ਨਹੀਂ, ਡਾਕਟਰ ਕਰ ਸਕਦੇ ਆ, ਪਰ ਲੋੜ ਹੈ ਨਹੀਂ, ਤੁਸੀਂ ਆਪ ਵੋਕ ਇਨ ਕਰਕੇ ਜਾ ਸਕਦੇ ਆ, ਜਾਂ ਇਸ ਵਕਤ ਤੇ ਵਰਚੁਅਲ ਹੈਗੀ ਆ foundry.pc.ca, ਉੱਥੇ ਚੱਲੋ ਤੇ ਤੁਹਾਨੂੰ ਲੋਕਲ ਸਪੋਰਟ ਮਿਲੂਗੀ ਵਰਚੁਅਲੀ। ਤੇ ਇਹਦੇ ਵਿੱਚ ਤੁਹਾਨੂੰ ਇਹ ਸਾਰੀਆਂ ਸਪੋਰਟਸ ਮਿਲਣੀਆਂ, ਤੇ ਨਾਲੇ ਸੋਸ਼ਲ ਸਰਵਿਸਿਜ਼, ਮਿਨਿਸਟਰ ਆਫ ਚਿਲਡਰਨ ਐਂਡ ਫੈਮਿਲੀਜ਼, ਅਸੀਂ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੇ ਹਾਂ, ਤੇ ਨਾਲ ਹੀ ਮਿਨਿਸਟਰ ਜੂਡੀ ਡਾਸੀ ਦਾ। ਇਹਨਾਂ ਨੇ ਕੋਲੈਬੋਰੇਸ਼ਨ ਕਰਕੇ ਹੈਲਥ ਸਰਵਿਸਿਜ਼ ਦੇ ਨਾਲ ਇਹ ਫਾਊਂਡਰੀਜ਼ ਖੋਲੇ ਆ। ਇਸ ਕਰਕੇ ਵੀ ਜਦੋਂ ਤੁਸੀਂ ਇੱਥੇ ਜਾਓਗੇ ਤੁਹਾਨੂੰ ਵਨ ਸਟਾਪ ਸ਼ਾਪਿੰਗ ਮਿਲੂਗੀ। ਪਰ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਅਸੀਂ ਕਿਸ ਤਰ੍ਹਾਂ ਸਮਝੀਏ ਵੀ ਜਦੋਂ ਸਾਨੂੰ ਲੋਨਲੀਨੈਸ ਹੋ ਜਾਂਦਾ, ਜਦੋਂ ਸਾਨੂੰ ਡਿਪਰੈਸ਼ਨ ਹੋ ਜਾਂਦਾ ਆ, ਜਦੋਂ ਸਾਨੂੰ ਕੋਈ ਐਡਿਕਸ਼ਨ ਹੋ ਜਾਂਦਾ ਆ, ਵੀ ਉਹਦੀ ਗੱਲ ਬਾਹਰ ਕਿੱਦਾਂ ਪ੍ਰੋਫੈਸ਼ਨਲਸ ਦੇ ਨਾਲ ਕਰੀਏ, ਤੇ ਕਿੱਦਾਂ ਗਾਂ ਵੀ ਹਿੰਮਤ ਕਰਕੇ ਉੱਥੇ ਜਾਈਏ ਜਾਂ ਫੋਨ ਚੁੱਕ ਕੇ ਫੋਨ ਕਰੀਏ, ਕਿਉਂਕਿ ਪ੍ਰੋਫੈਸ਼ਨਲ ਹੈਲਪ ਦੀ ਸਖਤ ਜ਼ਰੂਰਤ ਹੁੰਦੀ ਆ। ਮੈਂ ਸੁਣਿਆ ਕਈਆਂ ਨੂੰ ਨਹੀਂ, ਕਿਤੇ ਨਹੀਂ ਸਾਡਾ ਬੱਚੇ ਨੂੰ ਐਡਿਕਸ਼ਨ ਹੋ ਤਾਂ ਗਿਆ ਆ, ਪਰ ਅਸੀਂ ਉਹਨੂੰ ਆਪੇ ਹੀ ਸੰਭਾਲ ਲੈਣਾ। ਬਹੁਤ ਮੁਸ਼ਕਿਲ ਹੈਗਾ। ਮੈਂ ਆਪਣੇ ਹਾਈ ਸਕੂਲ ਟੀਚਰਸ, ਜਦੋਂ ਮੈਂ ਕਾਉਂਸਲ ਸੀਗੀ, ਐਕਸਪੀਰੀਅੰਸ ਤੋਂ ਦੱਸਦੀ ਆ, ਆਪਾਂ ਜਿੰਨਾ ਮਰਜ਼ੀ ਆਪਣੇ ਬੱਚੇ ਨੂੰ ਪਿਆਰ ਕਰੀਏ, ਉਹ ਜਿਹੜੀ ਪ੍ਰੋਫੈਸ਼ਨਲ ਸਪੋਰਟ ਹੁੰਦੀ ਆ, ਉਹਦਾ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਆ। ਤੇ ਇਸ ਕਰਕੇ ਸਾਰਿਆਂ ਨੂੰ ਕਹੂੰਗੀ ਆਨਲਾਈਨ ਜਾਵੋ, ਜਿਹੜੇ ਬੱਚੇ ਦੇਖਦੇ ਆ, ਜਿਹੜੇ ਯੰਗ ਪੀਪਲ ਦੇਖਦੇ, ਉਹ ਵੀ ਜਾਣ, ਤੇ ਪਰ ਜਿਹੜੇ ਮਾਂ ਪਿਓ ਆ, ਜਿਹੜੇ ਰਿਸ਼ਤੇਦਾਰ ਆ, ਇਹ ਵਕਤ ਹੈ ਨਹੀਂਗਾ ਅਸੀਂ ਕਹਿਣਾਂਗੇ ਉਹਨਾਂ ਦਾ ਬੱਚਾ ਆਪੇ ਸੰਭਾਲੋਗੇ। ਇੱਕ ਬੜੀ ਕਹਾਵਤ ਹੈਗੀ ਆ, ਇੱਕ ਬੱਚੇ ਨੂੰ ਪਾਲਣ ਲਈ ਸਾਰੇ ਪਿੰਡ ਦੀ ਲੋੜ ਹੁੰਦੀ ਆ। ਇੰਗਲਿਸ਼ ਵਿੱਚ it takes a village to raise a child। ਜੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸੰਭਾਲਣਾ ਆ, ਉਹੋ ਹੀ ਸੋਚ ਆਪਣੇ ਮਨ ਵਿੱਚ ਆਉਣੀ ਪੈਣੀ ਆ। ਇਹ ਬੱਚੇ ਦੂਸਰਿਆਂ ਦੇ ਨਹੀਂ, ਇਹ ਬੱਚੇ ਸਾਡੇ ਆ। ਜੇ ਸਾਡੇ ਬੱਚੇ ਆ, ਵੀ ਸਾਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਡੀਲਿੰਗ ਕਰਨੀ ਚਾਹੀਦੀ ਹੈ, ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰੋਫੈਸ਼ਨਲ ਹੈਲਪ ਲੈ ਕੇ ਦੇਈਏ। ਇਹ ਨਾ ਕਹਿ ਕੇ ਆਪਣੇ ਹੱਥ ਧੋ ਕੇ ਬੈਠ ਜਾਈਏ, ਚੱਲ ਉਹਨਾਂ ਦਾ ਬੱਚਾ ਆ, ਦੇਖ ਲਓ ਉਹਨਾਂ ਨੇ ਅਕਲ ਨਹੀਂ ਦਿੱਤੀ। ਇਹ ਪੈਰੈਂਟਸ ਨਹੀਂ ਅਕਲ ਦਿੰਦੇ। ਅੱਜ ਤੱਕ ਮੈਂ ਇੰਨੇ ਚਿਰਾਂ ਲਈ ਟੀਚਿੰਗ ਕੀਤੀ ਆ, ਕਾਉਂਸਲਿੰਗ ਕੀਤੀ ਆ, ਕਮਿਊਨਿਟੀ ਕਾਉਂਸਲਿੰਗ ਕੀਤੀ ਆ, ਅੱਜ ਤੱਕ ਮੈਂ ਇੱਕ ਮਾਂ ਪਿਓ ਨਹੀਂ ਮਿਲੀ ਜਿਹੜੇ ਕਹਿੰਦੇ ਆ ਸਾਡੇ ਬੱਚੇ ਨੂੰ ਅਡਿਕਸ਼ਨਸ ਹੋਵੇ ਜਾਂ ਸਾਡੇ ਬੱਚੇ ਦੇ ਨੂੰ ਮੈਂਟਲ ਇਸ਼ੂਜ਼ ਜੀ। ਸੋ ਕਰਕੇ ਆਓ ਆਪਾਂ ਸਾਰੇ ਨਾਲ ਮਿਲ ਕੇ ਇੱਕ ਪਿੰਡ ਬਣ ਕੇ, ਇੱਕ ਵਿਲੇਜ ਬਣ ਕਰਕੇ ਇਸ ਮੁੱਦੇ ਤੇ ਆਪਣੀ ਨਜ਼ਰ ਡਾਲੀਏ, ਜਿਸ ਤਰੀਕੇ ਨਾਲ ਆਪਾਂ COVID-19 ਨੂੰ ਸੰਭਾਲਿਆ ਆ ਇਸ ਵਾਰ ਨਹੀਂ ਕੀਤਾ, ਸੰਭਾਲਿਆ ਆ, ਆਓ ਇਸ ਪੈਂਡੈਮਿਕ ਨੂੰ ਵੀ ਸੰਭਾਲੀਏ। ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਇਹ ਪੈਂਡੈਮਿਕ ਦੇ ਦੌਰਾਨ ਜਿਹੜੇ ਨੇ ਹੋਰ ਕ੍ਰਾਈਸਿਸ ਨੇ ਉਹ ਸਾਹਮਣੇ ਆ ਰਹੇ ਨੇ। ਹੁਣ ਜਿਹੜੀਆਂ ਫਾਊਂਡਰੀ ਦੀਆਂ 19 ਲੋਕੇਸ਼ਨ ਹੋ ਗਈਆਂ ਨੇ ਪੂਰੇ BC ਦੇ ਵਿੱਚ, ਤੇ ਇੱਕ ਜਿਹੜੀ ਤੁਸੀਂ ਦੱਸਿਆ ਕਿ ਖੁਸ਼ੀ ਦੀ ਗੱਲ ਹੈ ਕਿ ਸਰੀ ਦੇ ਵਿੱਚ ਹੈ। ਨਾਲ ਹੁਣ ਤੁਸੀਂ ਆਪਣੀ ਕਮਿਊਨਿਟੀ ਦੀ ਗੱਲ ਕੀਤੀ ਹੈ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਆਪ ਸੰਭਾਲ ਲਾਂਗੇ ਆਪਣੇ ਬੱਚੇ ਨੂੰ, ਤੇ ਹੁਣ ਉਹ ਡਰਦੇ ਆ ਕਿਤੇ ਨਾ ਕਿਤੇ ਕਿ ਸਾਡੀ ਕਿਤੇ ਇਨਫੋਰਮੇਸ਼ਨ ਕਿਸੇ ਨੂੰ ਹੋਰ ਨੂੰ ਨਾ ਪਤਾ ਲੱਗ ਜੇ। ਸੋ ਇਹ ਪੂਰੀ ਤਰ੍ਹਾਂ ਕੌਨਫੀਡੈਂਸ਼ੀਅਲ ਹੋਵੇਗਾ, ਜੋ ਵੀ ਗੱਲਬਾਤ ਹੋਵੇਗੀ ਪ੍ਰੋਫੈਸ਼ਨਲਸ ਦੇ ਨਾਲ, ਜਾਂ ਜਿਹੜੇ ਵੀ ਕੋਈ ਐਡਿਕਸ਼ਨ ਹੋਊਗੀ ਉਹ ਸਾਰੀ ਜਿਹੜੀ ਹੋਏਗੀ ਉਹ ਕੌਨਫੀਡੈਂਸ਼ੀਅਲ ਰੱਖਿਆ ਜਾਵੇਗਾ। ਸੋ ਸਾਰੀ ਚੀਜ਼ ਕਿਸ ਤਰ੍ਹਾਂ ਪ੍ਰੋਸੈਸ ਹੋਵੇਗਾ? ਕੌਨਫੀਡੈਂਸ਼ੀਅਲ, ਜਿਸ ਤਰ੍ਹਾਂ ਤੁਹਾਡੇ ਰਿਕਾਰਡਸ ਕੌਨਫੀਡੈਂਸ਼ੀਅਲ ਆ, ਉਸ ਤਰ੍ਹਾਂ ਹੀ ਇਹ ਵੀ ਕੌਨਫੀਡੈਂਸ਼ੀਅਲ ਹੋਊਗੀ। ਜਿਹੜੇ ਪ੍ਰੋਫੈਸ਼ਨਲ ਸਟਾਫ ਆ ਉੱਥੇ ਤਾਂ ਜ਼ਰੂਰ ਦੇਖੋ। ਇਹ ਫਾਊਂਡਰੀ ਵੀ ਖੁੱਲੀ ਆ ਆਪਣੇ ਲਈ, ਜਿਹੜੀ ਸਾਊਥ ਏਸ਼ੀਅਨ ਸੈਂਟਰਡ ਫੋਕਸਡ ਕਲੀਨਿਕ ਵੀ ਖੁੱਲੀ ਸੀਗੀ, ਰੋਸ਼ਨੀ ਵੀ, ਉੱਥੇ ਵੀ 2 ਦਿਨ ਹੋ ਗਏ ਮੇਰੇ ਇੱਕ ਸਟਾਫ ਦੇ ਨਾਲ ਗੱਲ ਹੋਈ ਸੀਗੀ। ਉਹ ਕਹਿੰਦੇ ਵੀ ਸਾਡੇ ਇੰਨੇ ਯੂਥ ਆਉਂਦੇ ਆ ਅੰਦਰ, ਸਾਊਥ ਏਸ਼ੀਅਨ ਕਮਿਊਨਿਟੀ ਵਿੱਚੋਂ ਯੰਗ ਪੀਪਲ ਆਉਂਦੇ ਆ, ਅਡਲਟਸ ਵੀ ਆਉਂਦੇ ਆ, ਵੀ ਸਾਡੇ ਕੋਲ ਉਹਨਾਂ ਪੂਰਾ ਸਟਾਫ ਵੀ ਹੈ ਨਹੀਂ, ਵੀ ਇੰਨਾ ਵੱਡਾ ਇਸ਼ੂ ਹੈਗਾ ਆ।
ਦੇਖੋ ਆਪਣੇ ਡਾਕਟਰ ਕੋਲ ਵੀ ਜਾ ਸਕਦੇ ਆ, ਉਹਦੇ ਕੋਲੋਂ ਵੀ ਰਿਫਰਲ ਲੈ ਸਕਦੇ ਆ। ਤੁਸੀਂ ਰੋਸ਼ਨੀ ਕਲੀਨਿਕ ਵਿੱਚ ਵੀ ਜਾ ਸਕਦੇ ਆ, ਉੱਥੋਂ ਵੀ ਹੈਲਪ ਲੈ ਸਕਦੇ ਆ। ਹੁਣ ਤੁਹਾਡੇ ਕੋਲ ਇੱਕ ਨਵਾਂ ਅਲਟਰਨੇਟਿਵ ਹੈਗਾ ਆ ਫਾਊਂਡਰੀ, ਜਿਹੜਾ ਆਨਲਾਈਨ ਵੀ ਹੈਗਾ foundry.pc.ca, ਤੇ ਨਾਲੇ ਜਦੋਂ ਕਲੀਨਿਕ ਖੁੱਲ ਜਾਣੀਆਂ ਉੱਥੇ ਵੀ, ਤੇ ਗਾਂ ਫਿਰ ਥਰੂ ਫਿਕਸ ਡਾਈਵਰਸਿਟੀ ਆਪਸ਼ਨਸ ਵੱਲੋਂ ਸਾਰਿਆਂ ਵੱਲੋਂ ਜਾ ਕੇ ਤੁਸੀਂ ਮਦਦ ਲੈ ਸਕਦੇ ਆ। ਇਹ ਨਹੀਂ ਵੀ ਜ਼ਰੂਰੀ ਹੈਗਾ ਜਿਹੜੇ ਬੱਚੇ ਨੂੰ, ਜਿਹੜੇ ਯੰਗ ਪਰਸਨ ਨੂੰ ਐਡਿਕਸ਼ਨ ਆ, ਉਹਨੂੰ ਪਹਿਲਾਂ ਆਪ ਜਾਣਾ ਪੈਣਾ ਹੈ। ਬਾਜੇ ਵੇਲੇ ਜਿਹੜੇ ਉਹਨਾਂ ਦੇ ਆਲੇ ਦੁਆਲੇ ਅਡਲਟਸ ਆ ਜਾਂ ਉਹਨਾਂ ਦਾ ਸਪੋਰਟ ਗਰੁੱਪ ਆ, ਉਹਨਾਂ ਵਿੱਚੋਂ ਵੀ ਜਾ ਕੇ ਸਲਾਹ ਲੈ ਸਕਦਾ ਵੀ ਅਸੀਂ ਕਿਸ ਤਰੀਕੇ ਦੇ ਨਾਲ ਇਹਨੂੰ ਇੱਥੇ ਲੈ ਕੇ ਆਈਏ। ਇਸ ਤਰੀਕੇ ਦੇ ਨਾਲ ਵੀ ਤੁਸੀਂ ਇਹਨੂੰ ਆਊਟਰੀਚ ਕਰ ਸਕਦੇ ਹੋ ਜੀ। ਸੋ ਵਰਕਰਸ ਹੁੰਦੇ ਆ, ਉਹਨਾਂ ਦੇ ਇੰਨਾ ਅਪ ਟੂ ਡੇਟ ਐਕਸਪੀਰੀਅੰਸ ਹੁੰਦਾ ਆ, ਉਹ ਅੱਜ ਮੇਰੇ ਕੋਲ ਵੀ ਹੈ ਨਹੀਂ, ਕਰਕੇ ਮੈਂ ਵੀ ਉਸ ਸਿਸਟਮ ਵਿੱਚੋਂ ਬਾਹਰ ਹੋਈ ਨੂੰ ਹੁਣ ਕਈ ਸਾਲ ਹੋ ਗਏ ਆ। ਤੋ ਇਸ ਕਰਕੇ ਮੇਰਾ ਪੂਰਾ ਭਰੋਸਾ ਹੈਗਾ ਆ ਜਿਹੜੇ ਪ੍ਰੋਫੈਸ਼ਨਲਸ ਉੱਥੇ ਕੰਮ ਕਰਦੇ ਆ ਵੀ ਉਹ ਅਪ ਟੂ ਡੇਟ ਜਿਹੜੀ ਟ੍ਰੀਟਮੈਂਟਸ ਆ ਉਹ ਹੀ ਗਾਈਡ ਕਰਨਗੇ। ਦੇਖੋ ਇਹ ਨਾ ਆਪਾਂ ਸਮਝੀਏ ਵੀ ਇੱਕ ਵਾਰੀ ਜਾ ਕੇ, ਦੋ ਵਾਰੀ ਜਾ ਕੇ ਸਭ ਕੁਝ ਠੀਕ ਹੋ ਗਿਆ। ਇਸ ਬਿਮਾਰੀਆਂ ਦੇ, ਇਹਨਾਂ ਬਿਮਾਰੀਆਂ ਲਈ ਮੈਂਟਲ ਹੈਲਥ ਇਸ਼ੂਜ਼ ਹੋਣ ਤੇ ਜਾਂ ਹੋਵੇ ਓਪੀਓਇਡ ਕ੍ਰਾਈਸਿਸ, ਐਡਿਕਸ਼ਨਸ, ਇਹਨਾਂ ਲਈ ਵੀ ਇੱਕ ਗੋਲੀ ਹੈ ਨਹੀਂ ਵੀ ਤੁਹਾਨੂੰ ਇੱਕ ਵਾਰੀ ਦੇ ਦਿੱਤੀ ਵੀ ਬਿਲਕੁਲ ਠੀਕ ਹੋ ਜਾਣਾ ਆ। ਜਿਸ ਤਰ੍ਹਾਂ ਜਦੋਂ ਤੁਹਾਡੀ ਲੱਤ ਟੁੱਟ ਜਾਂਦੀ ਆ, ਡਿਫਰੈਂਟ ਸਟੇਜਸ ਹੁੰਦੇ ਆ। ਪਹਿਲਾਂ ਤੁਸੀਂ ਹਸਪਤਾਲ ਜਾਂਦੇ ਆ, ਉੱਥੇ ਐਗਜ਼ਾਮਿਨ ਕਰਦੇ ਆ, ਫਿਰ ਤੁਹਾਡੇ ਉੱਥੇ ਪਲਾਸਟਰ ਹੁੰਦਾ ਆ, ਫਿਰ ਜਦੋਂ ਤੁਹਾਡਾ ਪਲਾਸਟਰ ਲੱਥਦਾ ਵਾ, ਅੱਜ ਵੇਲੇ ਤੁਹਾਨੂੰ ਬੂਟ ਪਾਉਣਾ ਪੈਂਦਾ ਆ, ਫਿਰ ਤੁਸੀਂ crutches ਤੇ ਹੁੰਦੇ ਆ, ਫਿਰ ਤੁਸੀਂ ਫਿਜ਼ੀਓ ਤੇ ਜਾਂਦੇ ਆ, ਫਿਰ ਤੁਸੀਂ ਤੁਰਨ ਲੱਗਦੇ ਆ ਫੁੱਲੀ। ਇਸ ਤਰੀਕੇ ਦੇ ਨਾਲ ਜਦੋਂ ਮੈਂਟਲ ਇਸ਼ੂਜ਼ ਵੀ ਹੋਣ, ਐਡਿਕਸ਼ਨਸ ਵੀ ਹੋਣ, ਉਹਦੇ ਵਿੱਚ ਵੀ ਸਟੈਪਸ ਹੁੰਦੀਆਂ ਜੀ। ਇਸ ਕਰਕੇ ਪਰ ਇਹ ਪੀੜੀ ਚੜ੍ਹਨ ਨੂੰ ਸਭ ਤੋਂ ਵੱਡੀ ਸਟੈਪ ਆ ਜੀ। ਇਹਦੇ ਹੁੰਦਾ ਪੈਰ ਜਦੋਂ ਬੱਚਾ ਵੀ ਮੋਹਰੇ ਰੱਖਦਾ ਆ ਨਾ, ਫਿਰ ਬੱਚਾ ਤੁਰਨ ਨੂੰ ਸਿੱਖਦਾ ਆ। ਇਸ ਕਰਕੇ ਜੇ ਅਸੀਂ ਇਹਦਾ ਹੱਲ ਟੋਲਣਾ ਆ, ਬੇਸ਼ੱਕ ਦੀ ਤੁਸੀਂ ਚਾਚੇ ਆ, ਤਾਏ ਆ, ਮਾਮਾ ਜੀ ਆ, ਭੂਆ ਜੀ ਹੋਣੀ ਆ, ਜਿਹੜਾ ਮਰਜ਼ੀ ਰਿਸ਼ਤੇਦਾਰ ਆ ਜਾਂ ਫਰੈਂਡਸ ਹੀ ਆ, ਇਹ ਵਕਤ ਹੈਗਾ ਆ ਵੀ ਪਰਿਵਾਰਾਂ ਵਿੱਚ ਬੈਠ ਕੇ ਓਪਨ ਕਨਵਰਸੇਸ਼ਨ ਕਰਨ। ਜੀ ਬਿਲਕੁਲ। ਮੈਂਟਲ ਹੈਲਥ ਸੱਚਮੁੱਚ ਵਿੱਚ ਇੱਕ ਵੱਡੀ ਡਿਸੀਜ਼ ਹੈਗੀ ਹੈ, ਜਿਵੇਂ ਤੁਸੀਂ ਦੱਸਿਆ ਕਿ ਟਾਈਮ ਲੱਗਦਾ ਹੈਗਾ ਆ, ਕਿਸੇ ਵੀ ਇਲਨੈਸ ਨੂੰ ਰਿਕਵਰ ਹੋਣ ਨੂੰ ਟਾਈਮ ਲੱਗਦਾ ਆ। ਪਰ ਹੁਣ ਇੱਥੇ ਇੱਕ ਹੋਰ ਕੁਐਸਚਨ ਇਹ ਹੈ ਮੇਰੇ ਵੱਲੋਂ ਕਿ MSP ਦੇ ਅੰਡਰ ਅਸੀਂ ਹੈਲਥ ਸਰਵਿਸਿਜ਼ ਦੇ ਲਈ ਜਾਂਦੇ ਆ, ਸੋ ਜਿਹੜੀਆਂ ਇਹ ਸਰਵਿਸਿਜ਼ ਹੋਣਗੀਆਂ, ਸੋ ਇਹ ਅੰਡਰ MSP ਕਵਰੇਜ ਹੋਣਗੀਆਂ ਕਿ ਇਹਦੇ ਲਈ ਅਲੱਗ ਤੋਂ ਜਿਹੜਾ ਸਾਨੂੰ ਪੇਮੈਂਟ ਕਰਨੀ ਪਵੇਗੀ, ਜਾਂ ਕਿਸ ਤਰ੍ਹਾਂ ਇਹ ਸਰਵਿਸਿਜ਼ ਦਿੱਤੀਆਂ ਜਾਣਗੀਆਂ? They're covered under MSP। ਦੀ ਪੇਮੈਂਟ ਹੈ ਨਹੀਂ ਜੀ। ਸੋ ਇਹ ਕਹਿ ਸਕਦੇ ਆ ਕਿ ਇਹ ਤੁਸੀਂ ਸਿਰਫ ਆਪਣੇ ਸੋਸ਼ਲ ਜੋ ਤੁਹਾਡਾ ਹੈਲਥ ਨੰਬਰ ਹੈਗਾ ਆ, ਸੋ ਹੈਲਥ ਨੰਬਰ ਦੇ ਅੰਡਰ ਤੁਸੀਂ ਜਾ ਸਕਦੇ ਆ ਤੇ ਆਪਣੀਆਂ ਸਰਵਿਸਿਜ਼ ਲੈ ਸਕਦੇ ਆ। ਹਾਂਜੀ ਜੀ। ਸੋ ਹੁਣ ਇੱਕ ਹੋਰ ਕੁਐਸਚਨ ਕਿ ਮਿਨਿਸਟਰ ਜੋ ਹੈਲਥ ਹੈਗੇ ਆ ਜੂਡੀ ਡਾਰਸੀ, ਉਹਨਾਂ ਨੇ ਕਿਹਾ ਕਿ ਹੈਲਥ ਇਸ਼ੂਜ਼ ਬਹੁਤ ਹੈਗੇ ਨੇ, ਉਹਨਾਂ ਦੇ ਲਈ ਸਾਨੂੰ ਫੈਡਰਲ ਗਵਰਨਮੈਂਟ ਦੀ ਜੋ ਲੋੜ ਹੈਗੀ ਆ, ਉਹਨਾਂ ਦੀ ਹੈਲਪ ਦੀ ਲੋੜ ਹੈਗੀ ਆ। ਸੋ ਹੁਣ ਫੈਡਰਲ ਗਵਰਨਮੈਂਟ ਦੇ ਤੱਕ ਜੋ ਹੋ ਰਿਹਾ ਹੈਗਾ ਆ, ਜੋ ਫੰਡਸ ਹੈਗੇ ਆ ਉਹਦੇ ਲਈ ਅਪੀਲ ਕੀਤੀ ਜਾ ਰਹੀ ਹੈ। ਸੋ ਫੈਡਰਲ ਗਵਰਨਮੈਂਟ ਨੂੰ ਕਿਹਾ ਜਾ ਰਿਹਾ ਕਿ ਸਾਡੀ ਹੈਲਪ ਕਰੋ BC ਦੇ ਵਿੱਚ। ਦੇਖੋ, ਜਦੋਂ ਆਪਾਂ ਮੈਂਟਲ ਹੈਲਥ ਇਸ਼ੂਜ਼ ਤੇ ਆ ਜਾਈਦਾ ਜਾਂ ਐਡਿਕਸ਼ਨ ਤੇ ਆ ਜਾਈਦਾ ਹੈ, ਉਹਦੇ ਲਈ ਹਰੇਕ ਲੈਵਲ ਆਫ ਗਵਰਨਮੈਂਟ, ਹਰੇਕ ਕਮਿਊਨਿਟੀ ਗਰੁੱਪ ਨੂੰ ਰਲ ਮਿਲ ਕੇ ਕੰਮ ਕਰਨਾ ਪੈਣਾ ਹੈ। ਸੋ ਵੀ ਡੂ ਟੂ ਵਰਕ ਟੁਗੇਦਰ। ਜਿਹੜੇ ਹੈਲਥ ਫੰਡਿੰਗ ਫੈਡਰਲ ਕੋਲ ਆ, ਟ੍ਰਾਂਸਫਰ ਕਰਦੇ ਆ ਜੀ ਪ੍ਰੋਵਿੰਸਿਸ ਨੂੰ। ਹੁਣ ਫੈਡਰਲੀ ਪ੍ਰਾਈਮ ਮਿਨਿਸਟਰ ਨੇ ਅਕਨੋਲਜ ਕੀਤਾ ਆ ਵੀ ਜਿਹੜੀ ਓਪੀਓਇਡ ਕ੍ਰਾਈਸਿਸ ਹੈਗੀ ਆ, ਇਹ ਵੀ ਇੱਕ ਪੈਂਡੈਮਿਕ ਹੈਗੀ ਆ। ਜੇ ਪੈਂਡੈਮਿਕ ਹੈਗੀ ਆ ਤੇ ਅਸੀਂ ਐਕਸਟਰਾ ਰਿਸੋਰਸਿਸ ਇਹਦੇ ਤੇ ਲਾਈਏ ਕਰਕੇ ਸਖਤ ਜ਼ਰੂਰਤ ਹੋ ਗਈ ਹੈ। ਜਦੋਂ ਅਸੀਂ ਸੋਚੀਦਾ ਆ ਵੀ ਇੰਨੇ ਮਹੀਨਿਆਂ ਦੇ ਵਿੱਚ ਫਰਮ ਜਨਵਰੀ ਟੂ ਨਾਓ ਆਪਣੇ ਕੋਵਿਡ, ਬਿਕਾਜ਼ ਅਸੀਂ ਬਹੁਤ ਪਰਹੇਜ਼ ਕੀਤਾ ਆ, ਕੋਵਿਡ ਡੈਥਸ BC ਵਿੱਚ 168 ਆ ਜੀ। ਜਦੋਂ ਅਸੀਂ ਆ ਜਾਈਦਾ ਆ ਓਪੀਓਇਡ ਕ੍ਰਾਈਸਿਸ ਤੇ, ਸੁਇਸਾਈਡਸ ਤੇ, ਸਾਰੇ ਰਲ ਮਿਲ ਕੇ, ਉਦੋਂ ਆਪਣੇ ਮੋਹਰੇ ਬਹੁਤ ਹੀ ਵੱਡੇ ਨੰਬਰ ਹੈਗੇ ਆ। ਤੇ ਆਪਾਂ ਇਹਨੂੰ ਵੀ ਇੱਕ ਪੈਂਡੈਮਿਕ ਵਾਂਗੂ ਹੀ ਟ੍ਰੀਟ ਕਰਨਾ ਚਾਹੀਦਾ ਆ, ਕਿਉਂਕਿ ਇਹ ਵੀ ਇੱਕ ਬਿਮਾਰੀ ਹੈਗੀ ਆ। ਦੇਖੋ ਬਾਜੀ, ਜਦੋਂ ਐਡਿਕਸ਼ਨ ਤੇ ਹੋ ਜਾਂਦਾ, ਕਹਿ ਦਿੰਦਾ ਚਲੋ ਉਹਨਾਂ ਦਾ ਕਸੂਰ ਆ, ਉਹ ਹੀ ਉਹਨਾਂ ਨੇ ਸ਼ਰਾਬ ਪੀਣੀ ਸ਼ੁਰੂ ਕੀਤੀ ਸੀ, ਉਹਨਾਂ ਨੇ ਡਰੱਗ ਲੈਣਾ ਸ਼ੁਰੂ ਕੀਤਾ ਸੀਗਾ। ਪਰ ਜਦੋਂ ਰਿਸਰਚ ਕਰੀ ਦੀ ਆ, ਜਿਹੜੇ ਮੈਜੋਰਿਟੀ ਆਫ ਐਡਿਕਸ਼ਨਸ ਹੈਗੇ ਆ,
ਉਹ ਡਾਕਟਰਸ ਦੇ ਥਰੂ ਹੀ ਅਡਿਕਟ ਹੋਇਆ ਕਰਕੇ ਉਹਨਾਂ ਨੂੰ ਜਾਂ ਪੇਨ ਕਿਲਰਸ ਦੀ ਲੋੜ ਸੀ ਜਾਂ ਹੋਰ ਕੋਈ ਓਪੀਓਇਡ ਉਹਨਾਂ ਨੂੰ ਹੈਲਥ ਰੀਜ਼ਨਸ ਲਈ ਲੈਣਾ ਪੈਣਾ ਸੀਗਾ, ਜਾਂ ਜਿਹੜੇ ਕੰਸਟਰਕਸ਼ਨ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਹੈਗਾ ਸੀਗਾ ਵੀ ਸਾਡਾ ਆਹ ਦੁਖਦਾ ਆ ਤੇ ਉਹਨਾਂ ਨੇ ਜਾ ਕੇ ਮੈਡੀਕੇਸ਼ਨ ਲੈ ਆਉਣਾ, ਉਹਨਾਂ ਦੇ ਨਾਲ ਵੀ ਅਡਿਕਸ਼ਨ ਹੋ ਜਾਂਦੀ ਆ। ਜਿਨ੍ਹਾਂ ਨੂੰ ਮੈਂਟਲ ਇਲਨੈਸ ਹੈਗੀ ਆ ਉਹਨਾਂ ਨੂੰ ਵੀ ਅਡਿਕਸ਼ਨ ਬਹੁਤ ਛੇਤੀ ਹੋ ਜਾਂਦੀ ਹੈ। ਸੋ ਇਸ ਕਰਕੇ ਜਿਨ੍ਹਾਂ ਦੇ ਉੱਪਰ ਚੈਲੰਜਸ ਹੋਣ, ਮੈਂ ਕਈਆਂ ਦੇ ਨਾਲ ਗੱਲ ਕੀਤੀ ਆ, ਉਹ ਕਹਿੰਦੇ ਭੈਣ ਜੀ ਜੇ ਅਸੀਂ ਘਰੋਂ ਬਾਹਰ ਨਾ ਨਿਕਲੀਏ ਅਸੀਂ ਘਰ ਬੈਠੇ ਕਮਲੇ ਹੋ ਜਾਣਾ। ਸਾਡੇ ਬੱਚਿਆਂ ਦੇ ਤੇ ਸਾਡੇ ਵਿੱਚ ਇੰਨਾ ਪ੍ਰੈਸ਼ਰ ਆਪਸ ਵਿੱਚ ਇਸ ਵਕਤ ਹੋ ਗਿਆ ਆ, ਤੇ ਮੈਂ ਉਹਨਾਂ ਦੀਆਂ ਦਿਨ ਬਹੁਤ ਵਧੀਆ ਲੱਗੇ ਆ। ਬਾਹਰ ਜਾਵੋ, ਘਰ ਨਾ ਬੈਠੋ ਟੀਵੀ ਦੇ ਮੂਹਰੇ ਸਦਾ ਬੈਠਣ ਦਾ ਤੁਹਾਨੂੰ ਕੁਛ ਨਹੀਂ ਮਿਲਣਾ। ਬਾਹਰ ਜਾਵੋ, ਤੁਰੋ ਫਿਰੋ, ਪਰ ਸੋਸ਼ਲ ਡਿਸਟੈਂਸਿੰਗ ਰੱਖੋ। ਆਪਣਾ ਇਮੀਡੀਏਟ ਸਰਕਲ ਆ ਉਹਨੂੰ ਬਹੁਤ ਹੀ ਹਾਲੇ ਵੀ ਸਮੋਲ ਰੱਖੋ। ਤੇ ਮੈਂ ਵੀ ਹੁਣ ਫੈਬਰੂਅਰੀ ਪਹਿਲੇ ਹਫਤੇ ਦਾ ਮੈਂ ਆਪਣੇ ਇੱਥੇ ਬੇਟੀ ਨੂੰ ਮਿਲੀ ਆ। ਹੁਣ ਇਸ ਪਰਿਵਾਰ ਨੂੰ ਮੈਂ ਪਹਿਲੀ ਵਾਰੀ ਮਿਲਣ ਆਈ ਹਾਂ। ਅਸੀਂ ਫੇਰ ਵੀ ਪੂਰੀ ਕੋਸ਼ਿਸ਼ ਕਰੀ ਦੀ ਆ ਇੱਥੇ ਇੱਕ ਘਰ ਵਿੱਚ ਰਹਿ ਕੇ ਵੀ ਅਸੀਂ ਬਾਹਲਾ ਵੀ ਪਰਹੇਜ ਰੱਖੀਏ। ਸੋ ਇਹ ਮੇਰਾ ਐਕਸਟੈਂਡਡ ਵਰਬਲ ਮੇਰੇ ਕਲੋਜ਼ ਬਬਲ ਵਿੱਚ ਹੁਣ ਆ ਗਏ ਆ। ਪਰ ਇਹ ਪਹਿਲਾਂ ਹੀ ਬਹੁਤ ਪਰਹੇਜ ਰੱਖਦੇ ਆ ਕਰਕੇ ਸਾਡੇ ਘਰ ਵਿੱਚ 2 ਜਣੇ ਹੈਗੇ ਆ ਜਿਹੜੇ ਇਮਿਊਨ ਡਿਫੀਸ਼ੀਐਂਟ ਹੈਗੇ ਆ, ਇਸ ਕਰਕੇ ਉਹਨਾਂ ਲਈ ਸਾਨੂੰ ਐਕਸਟਰਾ ਪ੍ਰੀਕਾਸ਼ਨਸ ਲੈਣੇ ਪੈਂਦੇ ਆ। ਤੇ ਇਸ ਤਰੀਕੇ ਦੇ ਨਾਲ ਜਿਹੜੇ ਅਡਿਕਸ਼ਨ ਆ, ਮੈਂਟਲ ਇਲਨੈਸ ਆ, ਇਹਨੂੰ ਵੀ ਆਪਾਂ ਪੈਂਡੈਮਿਕ ਹੀ ਸਮਝੀਏ। ਡਾਕਟਰ ਬੌਨੀ ਹੈਨਰੀ ਦੇ 2 ਲਫ਼ਜ਼ ਸਮਝ ਲਓ ਮੈਨੂੰ ਸਦਾ ਹੀ ਬੈਸਟ ਲੱਗਿਆ। ਬਹੁਤ ਕੁਛ ਉਹਨ ਵਧੀਆ ਕੰਮ ਕੀਤਾ ਆ ਜਦੋਂ ਕਹਿੰਦੀ ਹੁੰਦੀ ਆ support each other and be kind। ਜੇ ਅਸੀਂ ਇੱਕ ਦੂਸਰੇ ਦੇ ਨਾਲ, ਪਰਿਵਾਰਾਂ ਦੇ ਨਾਲ ਉਹਨਾਂ ਨੂੰ ਦਿਖਾ ਲਈਏ ਵੀ ਜਦੋਂ ਤੁਹਾਡੇ ਘਰਾਂ ਵਿੱਚ ਆਹ ਮੁਸ਼ਕਲਾਂ ਆਉਂਦੀਆਂ ਅਸੀਂ ਤੁਹਾਡੇ ਨਾਲ ਖੜੇ ਹਾਂ, ਆਪਾਂ ਇਕੱਠੇ ਰਲ ਮਿਲ ਕੇ ਇਹਦਾ ਸਾਹਮਣਾ ਕਰੋਗੇ, ਉਹਦੇ ਨਾਲ ਪਰਿਵਾਰ ਨੂੰ ਹੌਸਲਾ ਮਿਲਦਾ ਆ ਤੇ ਬੱਚੇ ਨੂੰ ਵੀ ਹੌਸਲਾ ਮਿਲਦਾ ਆ ਵੀ ਮੇਰਾ ਸਾਰਾ ਪਰਿਵਾਰ ਮੇਰੀ ਸਪੋਰਟ ਕਰ ਰਿਹਾ ਆ। ਜੀ ਬਿਲਕੁਲ। ਅਸੀਂ ਓਪੀਓਇਡ ਦੀ ਕ੍ਰਾਈਸਿਸ ਦੀ ਗੱਲ ਕਰ ਰਹੇ ਸੀ ਕਿ 170 ਜਿਹੜੀਆਂ ਡੈਥ ਰਿਪੋਰਟ ਕੀਤੀਆਂ ਗਈਆਂ ਨੇ, ਤੇ ਨਾਲ ਹੁਣ ਇਹਦੇ ਵਿੱਚ ਜਿਵੇਂ ਹੁਣ ਐਪਸ ਹੈਗੀਆਂ ਨੇ ਜਾਂ ਨੈਲੋਕਸਿਨ ਕਿਟਸ ਜਿਹੜੀਆਂ ਨੇ ਉਹ ਡਿਸਟ੍ਰੀਬਿਊਟ ਕੀਤੀਆਂ ਜਾ ਰਹੀਆਂ ਨੇ, ਕਈ ਫਾਊਂਡੇਸ਼ਨਸ ਕਰ ਰਹੀਆਂ ਨੇ। ਕਿ ਗਵਰਨਮੈਂਟ ਦੇ ਵੱਲੋਂ ਵੀ ਇਦਾਂ ਦਾ ਕੀਤਾ ਜਾ ਰਿਹਾ ਕਿ ਫ੍ਰੀ ਦੇ ਵਿੱਚ ਕੋਈ ਇਦਾਂ ਦੀ ਚੀਜ਼ ਜਾਂ ਕੋਈ ਐਪ ਦਿੱਤੀ ਜਾ ਰਹੀ ਹੈਗੀ ਹੈ ਜਾਂ ਕੋਈ ਡਾਊਨਲੋਡ ਕਰ ਸਕਦੇ ਆ, ਤਾਂ ਕਿ ਜੇ ਸਾਨੂੰ ਕੋਈ ਲੱਭਦਾ ਵੀ ਹੈ ਕਿਤੇ ਪਾਰਕ ਦੇ ਵਿੱਚ, ਸਾਨੂੰ ਲੱਗਦਾ ਹੈ ਕਿ ਇਹਦੇ ਨਸ਼ਾ ਕੀਤਾ ਹੋਇਆ ਜਾਂ ਅਸੀਂ ਉਹਦੀ ਹੈਲਪ ਕਰਨੀ ਚਾਹੀਏ, ਤਾਂ ਸਾਡੇ ਕੋਲ ਕੋਈ ਐਪ ਹੋਣੀ ਚਾਹੀਦੀ ਹੈ। ਸੋ ਇਦਾਂ ਦਾ ਕੁਝ ਆ ਰਿਹਾ ਹੈਗਾ ਗਵਰਨਮੈਂਟ ਦੇ ਵੱਲੋਂ? ਇਹਦਾ ਮੈਂ ਚੈੱਕ ਕਰੂੰਗੀ, 2-3 ਐਪ ਜ਼ਰੂਰ ਆਇਆ, ਪਰ ਮੈਂ ਉਹਨਾਂ ਦਾ ਇਸ ਵਕਤ ਪੱਕਾ ਮੈਨੂੰ ਹੈ ਨਹੀਂਗਾ। ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਆ, ਇਸ ਵਕਤ ਤੁਸੀਂ ਜਾਵੋ foundry.pc.ca ਜਾਂ ਤੁਸੀਂ COVID-19 BC, ਉਹਦੇ ਥੱਲੇ ਅੰਡਰ ਮੈਂਟਲ ਹੈਲਥ ਐਂਡ ਐਡਿਕਸ਼ਨਸ, ਜਾਂ ਤੁਸੀਂ ਜਾ ਸਕਦੇ ਆ BC ਮੈਂਟਲ ਹੈਲਥ ਐਡਿਕਸ਼ਨਸ। ਉੱਥੇ ਹੈਗਾ ਜੋ ਕੁਛ ਵੀ ਹੋਊਗਾ ਉੱਥੇ ਹੀ ਹੋਊਗਾ। ਪਰ ਇਹ ਆ ਵੀ ਇਹਦੇ ਲਈ ਵੀ ਸਿਰਫ 1 ਤਰੀਕਾ ਨਹੀਂਗਾ ਹੈਗਾ, ਇਹਦਾ ਵੀ ਹੱਲ ਟੋਲਣ ਦਾ। ਇਹਦੇ ਲਈ ਵੀ ਤੁਸੀਂ ਆਪਣੇ ਡਾਕਟਰ ਕੋਲ ਜਾ ਸਕਦੇ ਆ, ਰੋਸ਼ਨੀ ਕਲੀਨਿਕ ਕੋਲ ਜਾ ਸਕਦੇ ਆ, ਹੋਰ ਬਹੁਤ ਸਾਰੇ ਆਪਣੀ ਕਮਿਊਨਿਟੀ ਵਿੱਚ ਪ੍ਰਾਈਵੇਟ NGO ਰਨ ਡਰੱਗ ਐਡਿਕਸ਼ਨ ਸੈਂਟਰਸ ਵੀ ਹੈਗੇ ਆ, ਉੱਥੋਂ ਵੀ ਤੁਸੀਂ ਹੈਲਪ ਲੈ ਸਕਦੇ ਆ। ਪਰ ਜਿਹੜੀ ਰੋਸ਼ਨੀ ਕਲੀਨਿਕ ਦੀ ਸਪੋਰਟ ਅਸੀਂ ਕਰ ਰਹੇ ਆ ਤੇ ਆ ਜਿਹੜੀ ਫਾਊਂਡਰੀ ਆ, ਇਹਦੇ ਤੁਹਾਨੂੰ ਵਰਚੁਅਲ ਸਪੋਰਟ ਵੀ ਮਿਲ ਸਕਦੀ ਆ ਪਰਿਵਾਰ ਨੂੰ, ਤੇ ਤੁਹਾਨੂੰ ਫਿਜ਼ੀਕਲ ਸਪੋਰਟ ਵੀ ਮਿਲ ਸਕਦੀ ਹੈ। ਬਿਲਕੁਲ। ਤੇ ਬਹੁਤ ਵਧੀਆ ਹੈਗਾ ਹੈ ਕਿ 8 ਹੋਰ ਲੋਕੇਸ਼ਨਸ ਜਿਹੜੀਆਂ ਨੇ ਉਹ ਐਡ ਕੀਤੀਆਂ ਗਈਆਂ ਨੇ ਤਾਂ ਕਿ ਹਰੇਕ ਕਮਿਊਨਿਟੀ ਨੂੰ ਸਰਵਿਸਿਜ਼ ਜਿਹੜੀਆਂ ਨੇ ਮਿਲ ਸਕਣ ਇਸ ਦੇ ਥਰੂ। ਤੇ ਹੁਣ ਨਾਲ ਦੀ ਨਾਲ 22 ਨੂੰ ਲੈਜਿਸਲੇਚਰ ਵੀ ਦੁਬਾਰਾ ਰਿਜ਼ਿਊਮ ਹੋਣ ਜਾ ਰਿਹਾ ਹੈਗਾ ਆ। ਸੋ ਕਿੰਨਾ ਕੁ ਐਕਸਾਈਟਮੈਂਟ ਹੈਗੀ ਆ ਤੁਹਾਡੇ ਸਾਰਿਆਂ ਦੇ ਵਿੱਚ ਲੈਜਿਸਲੇਚਰ ਨੂੰ ਲੈ ਕੇ? ਸਾਰਿਆਂ ਨੂੰ ਬਹੁਤ ਖੁਸ਼ੀ ਹੈਗੀ ਆ ਵੀ ਲੈਜਿਸਲੇਚਰ ਖੁੱਲ ਰਿਹਾ ਆ, ਬਟ ਖੁੱਲ ਰਿਹਾ ਆ ਅੰਡਰ ਕੋਵਿਡ ਰੂਲਸ। ਇਸ ਕਰਕੇ ਵੀ ਮੈਂ ਫੈਰੀ ਤੇ ਆਈ ਸੀਗੀ ਕਿਉਂਕਿ ਮੈਂ ਵਿਕਟੋਰੀਆ ਹੋਣਾ ਆ, ਪਰ ਫਿਰ ਵੀ ਫੈਰੀ ਤੇ ਆ ਕੇ ਵੀ ਜਦੋਂ ਤੁਸੀਂ ਫੈਰੀ ਚੜ੍ਹਨਾ, ਮੈਂ ਸਾਰਿਆਂ ਨੂੰ ਦੱਸਦੀ ਆ ਮਾਸਕ ਕੋਡ ਜ਼ਰੂਰ ਹੋਣਾ ਚਾਹੀਦਾ ਹੈ। ਤੁਹਾਨੂੰ ਫੈਰੀ ਟਰਮੀਨਲ ਵਾਲਿਆਂ ਨੇ ਨਹੀਂ ਦੇਣਾ। ਜੇ ਪੁੱਛਣਗੇ ਵੀ ਤੁਹਾਡੇ ਕੋਲ ਮਾਸਕ ਹੈਗਾ, ਤੁਸੀਂ ਨਹੀਂ ਦਿਖਾ ਲਿਆ, ਫਿਰ ਉਹਨਾਂ ਨੇ ਤੁਹਾਨੂੰ ਫੈਰੀ ਤੇ ਨਹੀਂ ਚੜ੍ਹਨ ਦੇਣਾ। ਤੇ ਫੈਰੀ ਦੇ ਵਿੱਚ ਵੀ ਮੈਂ ਤਾਂ ਆਪਣੀ ਕਾਰ 'ਚ ਹੀ ਬੈਠੀ ਰਹੀ ਹਾਂ, ਤੇ ਕਾਰ 'ਚੋਂ ਉਤਰ ਕੇ ਇੱਥੇ ਘਰ ਆ ਗਈਆਂ। ਉਦਣ ਦੇ ਇੱਥੇ ਆ ਬੀਚ ਨੂੰ ਜ਼ਰੂਰ ਗਈਆਂ ਬੱਚਿਆਂ ਦੇ ਨਾਲ, ਤੇ ਉੱਥੇ ਵੀ ਪੂਰੀ ਸੋਸ਼ਲ ਡਿਸਟੈਂਸਿੰਗ। ਪਰ ਜਦੋਂ ਹੁਣ ਲੈਜਿਸਲੇਚਰ ਖੁੱਲ ਜਾਣਾ ਆ, ਲੈਜਿਸਲੇਚਰ ਏਦਾਂ ਨਹੀਂ ਹੋਣਾ ਵੀ ਸਿਰਫ ਕੁਐਸਚਨ ਪੀਰੀਅਡ ਲਈ ਖੁੱਲਣਾ ਆ ਜਾਂ ਤੁਸੀਂ ਕੁਐਸਚਨ ਆਸਕ ਪੁੱਛ ਸਕਦੇ ਆ।
ਪੂਰਾ ਖੁੱਲੂਗਾ, ਲੈਜਿਸਲੇਸ਼ਨ ਇੰਟਰੋਡਿਊਸ ਵੀ ਹੋਊਗਾ, ਕੁਐਸਚਨ ਪੀਰੀਅਡ ਵੀ ਹੋਊਗਾ, ਮਿਨਿਸਟਰਸ ਸਟੇਟਮੈਂਟਸ ਵੀ ਹੋਣਗੇ, MLA ਸਟੇਟਮੈਂਟਸ ਵੀ ਹੋਣਗੇ, ਡਿਬੇਟ ਵੀ ਹੋਊਗੀ ਤੇ ਐਸਪੈਕਟਸ ਵੀ ਹੋਣਗੀਆਂ। ਸੋ ਮੰਡੇ ਨੂੰ ਖੁੱਲ ਜਾਣਾ ਆ ਤੇ ਕਾਫੀ MLA ਹੈਗੇ ਆ ਸਾਰੀਆਂ ਪਾਰਟੀਆਂ ਦੇ ਜਿਹੜੇ ਜ਼ੂਮ ਤੇ ਬੈਠੇ ਹੋਣਗੇ ਜਾਂ ਆਪਣੇ ਆਫਿਸ ਵਿਕਟੋਰੀਆ ਦੇ ਵਿੱਚ ਜਾਂ ਆਪਣੇ ਆਫਿਸ ਆਪਣੀ ਰਾਈਡਿੰਗ ਦੇ ਵਿੱਚ, ਤੇ ਕਈ ਥੋੜੇ ਹੋਣਗੇ ਜਿਹੜੇ ਲੈਜਿਸਲੇਚਰ ਦੇ ਵਿੱਚ ਬੈਠੇ ਹੋਣਗੇ। ਇਸ ਕਿਉਂਕਿ ਅਸੀਂ ਵੀ ਹੁਣ ਲੈਜਿਸਲੇਚਰ ਵਿੱਚ ਚਲ ਜਾਣਾ ਆ, ਸਟਾਫ ਲੈਜਿਸਲੇਚਰ ਵਿੱਚੋਂ ਉਹਨਾਂ ਨੂੰ ਫਿਰ ਘਰੋਂ ਕੰਮ ਕਰਨਾ ਪੈਣਾ ਹੈ ਕਰਕੇ ਜਿੱਧਰ ਸਾਡੇ ਆਫਿਸਿਸ ਹੈਗੇ ਆ ਉੱਥੇ ਵੀ ਆ ਸੋਸ਼ਲ ਡਿਸਟੈਂਸਿੰਗ ਰੱਖਣ ਦੀ ਬਹੁਤ ਹੀ ਜ਼ਰੂਰਤ ਹੈਗੀ ਆ। ਉਹ 6 ਫੁੱਟ ਰੱਖਣ ਦੀ ਜ਼ਰੂਰਤ ਹੈਗੀ ਆ। ਦੇਖ ਲਓ ਬਹੁਤ ਸਾਰੇ ਕਹਿੰਦੇ ਹਾਲੇ ਤੱਕ ਇਲਾਜ ਨਹੀਂ ਲੱਜਾ, ਪਰ ਆਪਾਂ ਨੂੰ ਇੱਕ ਗੱਲ ਦਾ ਜ਼ਰੂਰ ਪਤਾ ਹੈ, ਜੇ ਅਸੀਂ ਆਪਣਾ ਸੋਸ਼ਲ ਸਰਕਲ ਟਾਈਟ ਰੱਖੀਏ, ਜੇ ਅਸੀਂ ਸੋਸ਼ਲ ਡਿਸਟੈਂਸਿੰਗ ਰੱਖੀਏ ਤੇ ਜੇ ਅਸੀਂ ਆਪਣੇ ਹੱਥ ਧੋਈਏ ਤੇ ਆਪਣੇ ਸਰਫੇਸਿਸ ਨੂੰ ਧੋਈਏ ਰੱਖੀਏ ਤੇ that's the best treatment we have for now. ਬਿਲਕੁਲ ਬਿਲਕੁਲ ਜਿੰਨੀ ਤੁਸੀਂ ਸਾਨੂੰ ਦੱਸਿਆ ਕਿ ਨਵੇਂ ਜਿਹੜਾ ਆ ਰਿਹਾ ਹੈਗਾ ਮੈਂਟਲ ਹੈਲਥ ਦੇ ਵਾਸਤੇ ਫਾਊਂਡਰੀ ਦੀ ਲੋਕੇਸ਼ਨ ਜਿਹੜੀ ਸਰੀ ਦੇ ਵਿੱਚ ਵੀ ਆ ਰਹੀ ਹੈ ਤੇ ਨਾਲ ਨਾਲ ਲੈਜਿਸਲੇਚਰ ਵੀ ਖੁੱਲ ਰਿਹਾ ਹੈਗਾ। ਸੋ ਉਹਦੇ ਲਈ ਤੁਸੀਂ ਵੀ ਆਪਣਾ ਧਿਆਨ ਰੱਖੋ ਤੇ ਕੀ ਕਹਿਣਾ ਚਾਹੁੰਦੇ ਆ ਸਰੀ ਦੇ ਲੋਕਾਂ ਨੂੰ, ਤੁਹਾਡੇ ਜੋ ਕਨਸਟੀਚੁਐਂਸੀ ਆ ਉਹਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ? ਮੈਨੂੰ ਬਹੁਤ ਗਰਵ ਹੈਗਾ ਆ ਵੀ ਲੋਕਾਂ ਨੇ ਬਹੁਤ ਹੀ ਪਰਹੇਜ਼ ਰੱਖਿਆ ਆ, ਤਾਈਓ ਤਾਂ ਆਪਣੇ ਨੰਬਰ ਲੋ ਹੈਗੇ ਆ। ਪਰ ਇੱਕ ਮੈਸੇਜ ਮੈਂ ਜ਼ਰੂਰ ਕਹੂੰਗੀ, ਹੁਣ ਕਰਕੇ ਆਪਾਂ ਫੇਜ਼ 2 ਦੇ ਵਿੱਚ ਹੈਗੇ ਆ। ਡਾਕਟਰ ਬੌਨੀ ਹੈਨਰੀ ਫਿਰ ਵੀ ਕਹਿੰਦੀ ਆ ਜੇ ਤੁਹਾਡੇ ਘਰ ਵਿੱਚ ਬਜ਼ੁਰਗ ਆ ਜਾਂ ਕੋਈ ਇਮਿਊਨ ਡਿਫੀਸ਼ੀਐਂਸੀ ਆ ਫਿਰ ਆਪਣਾ ਸਰਕਲ ਪਹਿਲਾਂ ਹੀ ਵਾਂਗੂ ਹੀ ਰੱਖੋ। ਪਰ ਜੇ ਤੁਸੀਂ ਐਕਸਪੈਂਡ ਕਰਨਾ ਆ, ਇਹ ਨਾ ਸੋਚੋ ਵੀ ਅਸੀਂ ਰੋਜ਼ ਰਾਤ ਨੂੰ ਡਿਫਰੈਂਟ ਗਰੁੱਪ ਦੇ ਨਾਲ ਆਪਣਾ ਸੋਸ਼ਲ ਸਰਕਲ ਐਕਸਪੈਂਡ ਕਰ ਲਿਆ। ਆਪਣਾ ਸੋਸ਼ਲ ਸਰਕਲ ਇੱਕ ਪਰਿਵਾਰ ਨੂੰ ਜੇ 2 ਪਰਿਵਾਰ ਨੂੰ ਆਪਣੇ ਨਾਲ ਜੋੜ ਲਿਆ ਆ ਮੈਕਸਿਮਮ, ਫਿਰ ਉਹਨਾਂ ਦੇ ਨਾਲ ਹੀ ਰੱਖੋ। ਤੇ ਜਦੋਂ ਤੁਸੀਂ ਬਾਹਰ ਜਾਂਦੇ ਆ, ਜੇ ਤੁਸੀਂ ਗਰੋਸਰੀ ਸ਼ਾਪਿੰਗ ਜਾਣੀ ਆ, ਫੈਬਰਿਕ ਮਾਸਕਸ ਉਹ ਵੀ ਕਰ ਲਓ ਕਰਕੇ ਗਰੋਸਰੀ ਸ਼ਾਪ ਚ ਹੁਣ ਲੋਕ ਲੱਗੇ ਆਉਣ ਲੱਗ ਪਏ ਆ। ਤੇ ਨਾਲੇ ਜੇ ਆਪਾਂ ਪਰਹੇਜ਼ ਰੱਖਾਂਗੇ ਫਿਰ ਬਹੁਤ ਵਧੀਆ ਹੋਊਗਾ। ਮੈਨੂੰ ਪਤਾ ਆ ਵੀ ਹੁਣ ਗੁਰਦੁਆਰਿਆਂ ਦੇ ਵਿੱਚ ਲੰਗਰ ਸਰਵ ਕਰਨ ਲੱਗ ਪਏ ਆ, ਪਰ ਉੱਥੇ ਵੀ ਉਹਨਾਂ ਨੂੰ ਪੂਰਾ ਪਰਹੇਜ਼ ਰੱਖਣਾ ਪੈਂਦਾ ਆ। ਜਿਹੜੇ ਸਰਵ ਕਰਦੇ ਆ ਉਹਨਾਂ ਦੇ ਗਲਵਜ਼ ਆ, ਉਹਨਾਂ ਦੇ ਮਾਸਕ ਪਹਿਨੇ ਹੋਣਗੇ, ਹੋਰ ਕੋਈ ਉਹਨਾਂ ਨੂੰ ਹੱਥ ਨਹੀਂ ਲਾ ਸਕਦਾ ਵੀ ਉਹ ਜਿਹੜੇ ਸਰਵ ਕਰਦੇ ਉਹ ਹੀ ਕਰ। ਤੇ ਜਿਹੜੇ ਆਪਣੇ ਫੰਕਸ਼ਨਸ ਬਹੁਤ ਫੋਨਸ ਆਉਂਦੇ ਆ ਵੀ ਅਸੀਂ ਵਿਆਹ ਕਦੋਂ ਕਰ ਸਕਦੇ ਆ, ਵਿਆਹ ਤੁਸੀਂ ਹੁਣ ਵੀ ਕਰ ਸਕਦੇ ਆ, ਪਰ ਚੇਤਾ ਰੱਖਣਾ ਪੈਣਾ ਵੀ ਅਪ ਟੂ ਮੈਕਸਿਮਮ ਆ, ਇਹ ਨਹੀਂ ਵੀ 50 ਕੁੜੀ ਵੱਲੋਂ 50 ਮੁੰਡੇ ਵੱਲੋਂ, 50 ਮੈਕਸਿਮਮ। ਉਹ 50 ਵੀ ਫਿਰ ਜੇ ਤੁਸੀਂ 6 ਫੁੱਟ ਦੂਰ ਇੱਕ ਦੂਸਰੇ ਕੋਲੋਂ ਰਹਿ ਸਕਦੇ ਆ। ਜੇ ਤੁਸੀਂ ਘਰ ਵਿੱਚ ਫੰਕਸ਼ਨ ਰੱਖਣਾ ਆ ਫਿਰ ਵੀ ਤੁਸੀਂ 6 ਫੁੱਟ ਦੂਰ ਦਾ ਪਲਾਨਿੰਗ ਬਣਾ ਕੇ ਹੀ ਰੱਖੋ, ਉੱਥੇ ਮਾਰਕਿੰਗ ਰੱਖੋ। ਦੇਖੋ ਮੈਂ ਨਹੀਂ ਚਾਹੁੰਦੀ ਵੀ ਕਮਿਊਨਿਟੀ ਸਪਰੈਡ ਸਾਡੀ ਕਮਿਊਨਿਟੀ ਵਿੱਚ ਵਧੇ, ਤੇ ਇਹ ਵੀ ਨਹੀਂ ਮੈਂ ਚਾਹੁੰਦੀ ਵੀ ਅਸੀਂ ਮੀਡੀਆ ਦੇ ਵਿੱਚ ਬਹੁਤ ਹੀ ਵੱਡਾ ਸਾਡਾ ਜਿੱਦਾਂ ਵੀ ਫੋਕਸ ਹੋ ਜਾਵੇ ਵੀ ਅਸੀਂ ਨਹੀਂ ਫੋਲੋ ਕਰ, ਕਿਉਂਕਿ 99% ਆਫ ਦ ਕਮਿਊਨਿਟੀ ਫੋਲੋ ਕਰ ਰਹੀ ਆ। ਮੈਂ ਸਾਰਿਆਂ ਦੇ ਮੋਰੇ ਬੇਨਤੀ ਕਰਦੀ ਆ ਆਪਾਂ ਪਰਹੇਜ਼ ਰੱਖੀਏ, ਕਿਉਂਕਿ COVID-19 ਹਾਲੇ ਖਤਮ ਨਹੀਂ ਹੋਇਆ, ਕਿਤੇ ਨਹੀਂ ਗਿਆ। ਉਹ ਵੀ ਜ਼ਿਆਦਾ ਵਾਇਰਸ ਤਾਂ ਇੱਥੇ ਹੀ ਆ, ਅਸੀਂ ਪਰਹੇਜ਼ ਰੱਖਣਾ ਸਿੱਖ ਲਿਆ ਆ। ਇੱਕ ਹੋਰ ਬੇਨਤੀ ਆ ਜਿਹੜੀ ਆਪਣੀ ਅੱਜ ਗੱਲ ਕੀਤੀ ਆ ਮੈਂਟਲ ਇਲਨੈਸ ਤੇ ਓਪੀਓਇਡ ਕ੍ਰਾਈਸਿਸ ਦੀ, ਇਹਨੂੰ ਵੀ ਇੱਕ ਪੈਂਡੈਮਿਕ ਸਮਝ ਕੇ ਆਓ ਆਪਾਂ ਇੱਕ ਦੂਸਰੇ ਦੀ ਸਪੋਰਟ ਕਰੀਏ ਤੇ ਜਿਨ੍ਹਾਂ ਨੂੰ ਇਹ ਐਡਿਕਸ਼ਨਸ ਇਲਨੈਸ ਹੈਗੀ ਆ ਉਹਨਾਂ ਨੂੰ ਜਿਹੜੀ ਮਦਦ ਦੀ ਲੋੜ ਆ ਪ੍ਰੋਫੈਸ਼ਨਲ ਹੈਲਪ ਪ੍ਰੋਵਾਈਡ ਕਰੀਏ ਤੇ ਨਾਲੇ ਉਹਨਾਂ ਨੂੰ ਸਹਾਰਾ ਵੀ ਦਈਏ। Be kind, be kind. ਬਿਲਕੁਲ ਬਿਲਕੁਲ, ਥੈਂਕ ਯੂ ਜਿਨੀ, ਤੁਸੀਂ ਸਾਨੂੰ ਇਨਫੋਰਮੇਸ਼ਨ ਸਾਂਝੀ ਕੀਤੀ ਹੈ। ਸੋ ਜੋ ਵੀ ਨਵੀਆਂ ਅਨਾਉਂਸਮੈਂਟਸ ਹੋਣਗੀਆਂ ਅਸੀਂ ਟਾਈਮ ਟੂ ਟਾਈਮ ਤੁਹਾਡੇ ਤੋਂ ਉਹਦੇ ਲਈ ਅਪਡੇਟ ਲੈਂਦੇ ਰਵਾਂਗੇ। ਤੁਸੀਂ ਵੀ ਆਪਣਾ ਖਿਆਲ ਰੱਖੋ ਤੇ ਗਾਈਡਲਾਈਨਸ ਨੂੰ ਅਸੀਂ ਸਾਰੇ ਜਿਹੜੇ ਆ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਬਿਲਕੁਲ, ਅੱਜ ਗੱਲਬਾਤ ਹੋਈ MLA ਜਿਨੀ ਸਿਮਸ ਨਾਲ, ਜਿਨ੍ਹਾਂ ਨੇ ਦੱਸਿਆ ਕਿ ਸਰੀ ਦੇ ਵਿੱਚ ਜੋ ਫਾਊਂਡਰੀ ਦੀ ਇੱਕ ਲੋਕੇਸ਼ਨ ਆ ਰਹੀ ਹੈਗੀ ਹੈ ਜਿੱਥੇ ਤੁਹਾਨੂੰ ਪ੍ਰਾਇਮਰੀ ਕੇਅਰ ਦੀ ਲੋੜ ਹੈਗੀ ਹੈ, ਚਾਹੇ ਮੈਂਟਲ ਹੈਲਥ ਇਲਨੈਸ ਦੇ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਰਵਿਸਿਜ਼ ਦੀ ਲੋੜ ਹੈਗੀ ਹੈ ਤਾਂ ਤੁਸੀਂ ਫਾਊਂਡਰੀ ਨਾਲ ਕੰਟੈਕਟ ਕਰ ਸਕਦੇ ਆ। ਵਰਚੁਅਲੀ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ, ਇਨ ਪਰਸਨ ਵੀ ਜਾ ਸਕਦੇ ਆ, ਜਾਂ ਤੁਸੀਂ foundrybc.ca ਦੇ ਉੱਤੇ ਵੀ ਜਾ ਸਕਦੇ ਆ, ਕਿਉਂਕਿ ਸਾਡੀ ਫਿਜ਼ੀਕਲ ਹੈਲਥ ਦੇ ਨਾਲ ਨਾਲ ਸਾਡੀ ਮੈਂਟਲ ਹੈਲਥ ਵੀ ਉਨੀ ਹੀ ਇੰਪੋਰਟੈਂਟ ਹੈਗੀ ਹੈ। ਸੋ ਸਾਨੂੰ ਆਪਣਾ ਖਿਆਲ ਰੱਖਣਾ ਚਾਹੀਦਾ, ਨਾਲ COVID-19 ਦੇ ਟਾਈਮ ਦੇ ਵਿੱਚ ਸਾਨੂੰ ਜੋ ਪ੍ਰੋਟੋਕੋਲਸ ਨੇ ਉਹਨਾਂ ਨੂੰ ਫੋਲੋ ਕਰਦੇ ਰਹਿਣਾ ਚਾਹੀਦਾ, ਗਾਈਡਲਾਈਨਸ ਨੂੰ ਫੋਲੋ ਕਰਦੇ ਰਹਿਣਾ ਚਾਹੀਦਾ।
ਹੋਰ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ FYI ਮੀਡੀਆ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।